ਸਵਾਗਤ ਹੈ ਦੋਸਤੋ ਪ੍ਰੋਗਰਾਮ ਕੁਝ ਪਲ ਕਿਤਾਬ ਦੇ ਨਾਲ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ। ਮੈਂ ਤੁਹਾਡਾ ਦੋਸਤ ਤੇ ਹੋਸਟ ਇਕਬਾਲ ਸਿੰਘ ਲੈ ਕੇ ਹਾਜ਼ਰ ਹਾਂ ਜੀ ਅੱਜ ਵੀ ਇੱਕ ਵਧੀਆ ਜੀ ਪੰਜਾਬੀ ਦੀ ਕਿਤਾਬ ਜਿਹਦੇ ਨਾਲ ਸਾਂਝ ਪਾਵਾਂਗੇ, ਜਿਹਦੇ ਰੂਬਰੂ ਹੋਵਾਂਗੇ। ਕਿਤਾਬ ਦੇ ਪੰਨਿਆਂ ਦੀ ਗੱਲ ਕਰਾਂਗੇ, ਕਿਤਾਬ ਦੇ ਬਾਰੇ ਗੱਲ ਕਰਾਂਗੇ, ਕਿਤਾਬ ਨੂੰ ਲਿਖਣ ਵਾਲੇ ਸਿਰਜਣਹਾਰ ਦੇ ਬਾਰੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦਾ ਹਾਂ ਜਿੱਥੇ ਕਿਤੇ ਹੋਵੋਗੇ ਹੱਸਦੇ ਵਸਦੇ ਹੋਵੋਗੇ। ਸੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਕਿਤਾਬ ਲੈ ਕੇ ਹਾਜ਼ਰ ਹੋਏ ਹਾਂ ਜੀ। ਸਾਹਿਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਹਿਤ ਬਾਰੇ ਕਿਹਾ ਜਾਂਦਾ ਵੀ ਸਤਿਅਮ ਸ਼ਿਵਮ ਤੇ ਸੁੰਦਰਮ, ਵੀ ਸਾਹਿਤ ਉਹ ਹੋਣਾ ਚਾਹੀਦਾ ਆ ਜਿਹਦੇ ਵਿੱਚ ਸੱਚ ਹੋਵੇ, ਸਾਹਿਤ ਉਹ ਹੋਣਾ ਚਾਹੀਦਾ ਆ ਜਿਹੜਾ ਸੋਹਣਾ ਹੋਵੇ, ਅਤੇ ਸਾਹਿਤ ਉਹ ਹੋਣਾ ਚਾਹੀਦਾ ਆ ਜਿਹੜਾ ਕਲਿਆਣਕਾਰੀ ਹੋਵੇ। ਸੋ ਇਹੋ ਜਿਹੀ ਹੀ ਕੋਸ਼ਿਸ਼ ਕੀਤੀ ਗਈ ਹੈ ਇਸ ਕਿਤਾਬ ਦੇ ਲੇਖਕ ਰਾਜਾ ਹੰਸਪਾਲ ਦੇ ਵੱਲੋਂ। ਕਿਤਾਬ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲ ਅਸੀਂ ਲੇਖਕ ਦੇ ਬਾਰੇ ਕਰਦੇ ਹੁੰਦੇ ਹਾਂ। ਸਾਹਿਤ ਉਸ ਪਰਮਾਤਮਾ ਦੀ ਕਿਰਪਾ ਹੋਵੇ ਜਾਂ ਸੰਗੀਤ ਵੀ ਉਸ ਪਰਮਾਤਮਾ ਦੀ ਕਿਰਪਾ ਹੋਵੇ, ਉਹਦੀ ਬਖਸ਼ਿਸ਼ ਹੋਵੇ ਤਾਂ ਇਹ ਆਪ ਮੁਹਾਰੇ ਮਨੁੱਖ ਦੇ ਅੰਦਰੋਂ ਪੈਦਾ ਹੋ ਜਾਂਦਾ ਹੈ। ਸਾਹਿਤ ਜਾਂ ਸੰਗੀਤ ਇਹਨਾਂ ਦੋਨਾਂ ਕਲਾਵਾਂ ਦੇ ਉੱਤੇ ਉਸ ਪਰਮਾਤਮਾ ਦੀ ਕਿਰਪਾ ਦਾ ਹੋਣਾ ਬਹੁਤ ਜ਼ਰੂਰੀ ਹੈ। ਹਾਂ, ਇਹਨੂੰ ਬਾਅਦ ਵਿੱਚ ਹੋਰ ਨਿਖਾਰਿਆ ਵੀ ਜਾ ਸਕਦਾ ਹੈ ਜੇ ਮਨੁੱਖ ਵਿਅਕਤੀ ਆਪ ਵੀ ਕੋਸ਼ਿਸ਼ ਕਰੇ ਤਾਂ ਇਹਦੇ ਵਿੱਚ ਹੋਰ ਨਿਖਾਰ ਪੈਦਾ ਹੋ ਸਕਦਾ ਹੈ। ਅਤੇ ਗੁਰੂ ਦੀ ਬਖਸ਼ਿਸ਼ ਦੇ ਨਾਲ, ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਐਸਾ ਸੰਗੀਤ, ਐਸਾ ਸਾਹਿਤ ਸਿਰਜਿਆ ਜਾ ਸਕਦਾ ਹੈ ਜੋ ਸਮਾਜ ਦੇ ਇੱਕ ਵੱਡੇ ਵਰਗ ਵੱਲੋਂ ਪ੍ਰਵਾਨ ਕੀਤਾ ਜਾਂਦਾ ਹੈ। ਅੱਜ ਇਸ ਕਿਤਾਬ ਦੇ ਲੇਖਕ ਜਿਹਦੀ ਕਿ ਇਹ ਪਹਿਲੀ ਕਿਤਾਬ ਹੈ, ਉਹਦੀ ਪਹਿਲੀ ਕੋਸ਼ਿਸ਼ ਹੈ, ਉਹਦੇ ਬਾਰੇ ਗੱਲ ਕਰਦੇ ਹਾਂ। ਅਤੇ ਲਗਭਗ ਬਚਪਨ ਦੇ ਵਿੱਚ ਜਦੋਂ ਉਹਦਾ ਜਨਮ ਹੋਇਆ ਉਹ ਪੋਲੀਓ ਦੀ ਬਿਮਾਰੀ ਤੋਂ ਸ਼ਿਕਾਰ ਸੀ। ਪੋਲੀਓ ਦੀ ਬਿਮਾਰੀ ਮਨੁੱਖ ਦੀ ਸਰੀਰ ਦੀ ਇੱਕ ਲੱਤ ਉੱਤੇ ਵਧੇਰੇ ਅਸਰ ਕਰਦੀ ਹੈ, ਪਰ ਇਹ ਅਟੈਕ ਪੋਲੀਓ ਦਾ ਉਹਦੀ ਪੂਰੀ ਬਾਡੀ ਉੱਤੇ ਪਿਆ। ਭਾਵੇਂ ਕਿ ਇੱਕ ਲੱਤ ਨਕਾਰਾ ਹੋਈ, ਹੌਲੀ ਹੌਲੀ 8ਵੀਂ 10ਵੀਂ ਤੱਕ ਪੜ੍ਹਦਾ ਗਿਆ, ਇੱਕ ਲੱਤ ਦੇ ਸਹਾਰੇ ਚੱਲ ਕੇ ਸਕੂਲ ਜਾਂਦਾ ਰਿਹਾ। ਪਰ 10ਵੀਂ 12ਵੀਂ ਵਿੱਚ ਪੜ੍ਹਦਿਆਂ ਇੱਕ ਹੋਰ ਹਾਦਸਾ ਵਾਪਰਿਆ ਕਿ ਦੂਸਰੀ ਲੱਤ ਵੀ ਜਿਹੜੀ ਹੈ ਨਕਾਰਾ ਹੋ ਗਈ। ਫਿਰ ਉਹ ਲੇਖਕ ਜਾਂ ਉਹ ਸਾਹਿਤਕਾਰ ਹਮੇਸ਼ਾ ਦੇ ਵਾਸਤੇ ਵੀਲ ਚੇਅਰ ਉੱਤੇ ਬੈਠ ਗਿਆ। ਵੀਲ ਚੇਅਰ 'ਤੇ ਬੈਠਿਆਂ ਬੈਠਿਆਂ ਇੱਕ ਲੰਮਾ ਸਮਾਂ ਗੁਜ਼ਰਦਾ ਗਿਆ। ਸਰੀਰ ਦੇ ਉੱਤੇ ਅਟੈਕ ਹੋਣ ਕਰਕੇ ਸਰੀਰ ਦੀ ਸੱਤਿਆ ਜਿਹੜੀ ਹੈ ਉਹ ਘਟਦੀ ਗਈ, ਅਤੇ ਜਿਹੜੀ ਰੀੜ੍ਹ ਦੀ ਹੱਡੀ ਹੁੰਦੀ ਹੈ ਜ਼ਿਆਦਾ ਬੈਠਣ ਦੇ ਕਰਕੇ ਉਹ ਸਿੱਧੀ ਹੋਣ ਦੀ ਬਜਾਏ, ਕਿਉਂਕਿ ਸਿੱਧੀ ਹੁੰਦੀ ਹੈ, ਉਹ ਹੌਲੀ ਹੌਲੀ ਗੋਲ ਹੁੰਦੀ ਗਈ ਅਤੇ ਆਪਣੀ ਥਾਂ ਤੋਂ ਹਿੱਲ ਕੇ ਦੂਸਰੇ ਪਾਸੇ ਨੂੰ ਬਹੁਤ ਜ਼ਿਆਦਾ ਖਿਸਕ ਗਈ, ਜਿਸ ਕਰਕੇ ਉੱਠਣ ਬੈਠਣ ਚੱਲਣ ਤੋਂ ਅਸਮਰੱਥ ਵਿਅਕਤੀ ਹਮੇਸ਼ਾ ਵਾਸਤੇ ਮੰਜੇ ਉੱਤੇ ਆ ਗਿਆ। ਪਰਿਵਾਰ ਵਾਲਿਆਂ ਨੇ ਕੋਸ਼ਿਸ਼ ਕੀਤੀ ਉਹਨੂੰ ਚੁੱਕ ਕੇ ਸਵੇਰੇ ਚੇਅਰ ਉੱਤੇ ਬਿਠਾ ਦੇਣਾ ਅਤੇ ਸ਼ਾਮ ਨੂੰ ਫਿਰ ਚੇਅਰ ਤੋਂ ਚੁੱਕ ਕੇ ਮੰਜੇ ਉੱਤੇ ਲਿਟਾ ਦੇਣਾ। ਇਹ ਕੁਝ ਉਹਦੀ ਜ਼ਿੰਦਗੀ ਦਾ ਹਿੱਸਾ ਸੀ, ਪਰ ਰੋਸ਼ਨ ਦਿਮਾਗ ਸੀ, ਚਾਹੁੰਦਾ ਸੀ ਕੁਝ ਕੀਤਾ ਜਾਏ, ਕੁਝ ਕਰਨ ਦੀ ਤਮੰਨਾ ਉਹਦੇ ਅੰਦਰ ਹਮੇਸ਼ਾ ਹੀ ਪ੍ਰਬਲ ਰਹਿੰਦੀ ਸੀ। ਸੋ ਕੋਸ਼ਿਸ਼ ਕੀਤੀ, ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ। ਭਾਵੇਂ ਕਿ ਹੱਥਾਂ ਦੇ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਹੱਥ ਵਿੱਚ ਪੈਨ ਫੜ ਕੇ ਅਤੇ ਖੱਬੇ ਹੱਥ ਨਾਲ ਕਾਪੀ ਉੱਤੇ ਹੱਥ ਰੱਖ ਕੇ ਕੁਝ ਲਿਖ ਸਕਦਾ। ਮੋਬਾਈਲ ਟੈਕਨੋਲੋਜੀ ਦੀ ਸਹੀ ਵਰਤੋਂ ਕਰਦਿਆਂ ਹੋਇਆਂ ਮੋਬਾਈਲ ਦੇ ਉੱਤੇ ਹੌਲੀ ਹੌਲੀ ਯੂਨੀਕੋਡ ਜਿਹੜੇ ਫੌਂਟ ਹੁੰਦੇ ਨੇ ਪੰਜਾਬੀ ਦੇ, ਉਹਨਾਂ ਵਿੱਚ ਉਹਨੇ ਛੋਟੀਆਂ ਛੋਟੀਆਂ ਕਹਾਣੀਆਂ ਲਿਖ ਕੇ ਇੰਟਰਨੈੱਟ ਉੱਤੇ ਪਾਉਣੀਆਂ ਸ਼ੁਰੂ ਕੀਤੀਆਂ। ਕਹਾਣੀ ਨੂੰ ਇੰਨਾ ਵਧੀਆ ਰਿਸਪੌਂਸ ਆਇਆ, ਇੰਨਾ ਕੁ ਪਿਆਰ ਪਾਠਕਾਂ ਦੇ ਵੱਲੋਂ ਮਿਲਿਆ, ਅਤੇ ਅਸੀਂ ਰਲ ਮਿਲ ਕੇ ਸਾਂਝੇ ਤੌਰ 'ਤੇ ਇੱਕ ਕੋਸ਼ਿਸ਼ ਕੀਤੀ ਵੀ ਕਿਉਂ ਨਾ ਅਸੀਂ ਇਹਨੂੰ ਕਿਤਾਬ ਦਾ ਰੂਪ ਦਿੱਤਾ ਜਾਵੇ ਜਾਂ ਦੇ ਦਈਏ। ਤਾਂ ਅਖੀਰ ਇਸ ਕਹਾਣੀਆਂ ਨੂੰ ਇਕੱਤਰ ਕਰਕੇ, ਇਹਦੀ ਪ੍ਰੂਫ ਰੀਡਿੰਗ ਕਰਕੇ, ਬਾਕਾਇਦਾ ਜੋ ਢੰਗ ਕਿਤਾਬ ਨੂੰ ਪ੍ਰਕਾਸ਼ਨ ਕਰਨਾ ਹੁੰਦਾ ਹੈ ਉਹ ਸਾਰੇ ਢੰਗ ਵਰਤਦਿਆਂ ਹੋਇਆਂ ਆਖਿਰ ਇਹ ਕਿਤਾਬ ਹੋਂਦ ਵਿੱਚ ਆਈ। ਸੋ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਬਣ ਜਾਂਦੀ ਹੈ ਕਿ ਅਸੀਂ ਇਸ ਸਥਿਤੀ ਉੱਤੇ ਵੀ ਜਿਹੜਾ ਆ ਬੈਠੇ ਹੋਏ ਕੁਝ ਲਿਖ ਸਕਦੇ ਹਾਂ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਕਿਤਾਬ ਰਿਲੀਜ਼ ਕਰਨੀ ਸੀ ਅਤੇ ਕਿਤਾਬ ਦਾ ਜਿਹੜਾ ਬਿਲਕੁਲ ਬੈਕ ਟਾਈਟਲ ਹੁੰਦਾ ਹੈ, ਬੈਕ ਟਾਈਟਲ ਦੇ ਉੱਤੇ ਇੱਕ ਬਹੁਤ ਹੀ ਅਜ਼ੀਜ਼ ਮਿੱਤਰ ਔਰ ਅਜ਼ੀਜ਼ ਲੇਖਕ ਜਿਨ੍ਹਾਂ ਨੇ ਬਹੁਤ ਵਧੀਆ ਆਪਣੀ ਕਲਮ ਦੇ ਨਾਲ ਕਵਿਤਾਵਾਂ ਲਿਖੀਆਂ ਨੇ, ਗੀਤ ਲਿਖੇ ਨੇ, ਗਜ਼ਲਾਂ ਲਿਖੀਆਂ ਨੇ, ਸ਼ਾਇਰੀ ਲਿਖੀ ਹੈ, ਉਹਨਾਂ ਦੀ ਕਲਮ ਨੇ ਬਹੁਤ ਸੋਹਣਾ ਇਸ ਨੌਜਵਾਨ ਲੇਖਕ ਰਾਜਾ ਹੰਸਪਾਲ ਦੇ ਬਾਰੇ ਲਿਖਿਆ, ਜੋ ਮੈਂ ਆਪ ਦਰਸ਼ਕਾਂ ਦੇ ਰੂਬਰੂ ਜ਼ਰੂਰ ਕਰਨਾ ਚਾਹਾਂਗਾ। ਕਹਿੰਦੇ ਰਾਤਾਂ ਤੋਂ ਵੀ ਲੰਬੀ ਹੋ ਗਈ ਭਾਵੇਂ ਤਾਂਘ ਸਵੇਰੇ ਦੀ, ਪਰ ਜੁਗਨੂ ਨੂੰ ਢਾਹ ਨਹੀਂ ਸਕਦੀ ਕਾਲੀ ਹੋਂਦ ਹਨੇਰੇ ਦੀ। ਪਹਿਲੇ ਮੀਲ ਪੱਥਰ 'ਤੇ ਖੜ ਕੇ ਉੱਠ ਕਿਲਕਾਰੀ ਮਾਰ ਜ਼ਰਾ, ਨਿੱਕੀਆਂ ਨਿੱਕੀਆਂ ਖੁਸ਼ੀਆਂ ਦੇ ਨਾਲ ਰੌਣਕ ਵੱਧਦੀ ਚਿਹਰੇ ਦੀ। ਮੰਜੀ ਉੱਤੇ ਬੈਠਾ ਵੀ ਤੂੰ ਚੰਨ ਸਿਤਾਰੇ ਛੋਹ ਸਕਦਾ ਹੈ, ਬਾਸ਼ਰਤੇ ਪਰਲੀ ਹੱਦ ਦਿਸ ਜਾਏ ਜੇ ਬੰਦੇ ਨੂੰ ਜੀਰੇ ਦੀ। ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਕੱਚੀਆਂ ਪੱਕੀਆਂ ਰਾਹਾਂ ਦੀ, ਜਿਨ੍ਹਾਂ ਨੇ ਕੰਧ ਢਾਉਣੀ ਹੁੰਦੀ
ਵਿਪਤਾਵਾਂ ਦੇ ਡੇਰੇ ਦੀ, ਰਾਜਾ ਹੰਸਪਾਲ ਹੋ ਜਾਣਾ ਹਰ ਬੰਦੇ ਦੇ ਵਸ ਨਹੀਂ, ਦਾਦ ਤਾਂ ਦੇਣੀ ਬਣਦੀ ਯਾਰਾ, ਕੀਤੇ ਕਾਰਜ ਤੇਰੇ ਦੀ। ਆਰਜਿਤ ਵੱਲੋਂ ਲਿਖੀ ਹੋਈ ਇਹ ਕਵਿਤਾ ਬਹੁਤ ਕੁਝ ਬਿਆਨ ਕਰਦੀ ਹੈ ਇਸ ਕਿਤਾਬ ਦੇ ਬਾਰੇ ਔਰ ਉਸ ਹਿੰਮਤ ਦੇ ਬਾਰੇ ਜਿਹਦਾ ਜ਼ਿਕਰ ਮੈਂ ਸ਼ੁਰੂਆਤ ਵਿੱਚ ਕਰ ਆਇਆ। ਸੋ ਦੋਸਤੋ, ਗੱਲ ਕਰਦੇ ਹਾਂ ਜੀ ਕਿਤਾਬ ਦੇ ਬਾਰੇ। ਕਿਤਾਬ ਦਾ ਟਾਈਟਲ ਤੁਸੀਂ ਇਸ ਵਕਤ ਸਕਰੀਨ ਉੱਤੇ ਵੇਖ ਸਕਦੇ ਹੋ। ਟਾਈਟਲ ਜਿਹੜਾ ਆ ਮਹਾਰਾਣੀ ਮਾਂ ਕਿਤਾਬ ਦਾ ਨਾਂ ਆ। ਕਿਤਾਬ ਦੇ ਪੰਨਿਆਂ ਦੀ ਗੱਲ ਕਰਦੇ ਹਾਂ ਤੇ 100 ਤੇ 4 ਪੰਨੇ ਨੇ। ਕਿਤਾਬ ਦੀ ਜਿਹੜੀ ਟਾਈਟਲ ਲੀਫ ਹੈਗੀ ਉਹਦੇ ਵਿੱਚ ਸੰਖੇਪ ਜੀਵਨ ਬਿਓਰਾ ਰਾਜਾ ਹੰਸਪਾਲ ਜੀ ਦਾ ਨਾਮ ਗੁਰਪ੍ਰੀਤ ਸਿੰਘ ਹੈ, ਉਹਦੇ ਬਾਰੇ ਹੈ। ਬੈਕ ਸਾਈਡ ਤੇ ਉਹਦੇ ਪਿਤਾ ਔਰ ਮਾਤਾ ਦੀ ਤਸਵੀਰ ਲੱਗੀ ਹੋਈ ਹੈ। ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ ਮਾਝਾ ਵਰਲਡ ਵਾਈਡ ਨੇ ਤੇ ਕਿਤਾਬ ਦੀ ਕੀਮਤ 150 ਰੁਪਏ ਹੈ। ਪਹਿਲਾ ਐਡੀਸ਼ਨ 2021 ਦੇ ਵਿੱਚ ਛਪ ਕੇ ਆਇਆ ਹੈ। ਕਿਤਾਬ ਸਮਰਪਣ ਕੀਤੀ ਗਈ ਹੈ ਮੇਰੇ ਸਤਿਕਾਰਯੋਗ ਮਾਤਾ ਪਿਤਾ ਸਰਦਾਰਨੀ ਚਰਨਜੀਤ ਕੌਰ ਅਤੇ ਸਰਦਾਰ ਜਰਨੈਲ ਸਿੰਘ ਅਤੇ ਘਰ ਦੀ ਰੌਣਕ ਮੇਰੇ ਭਤੀਜੇ ਭਤੀਜੀਆਂ ਸਿਮਰ ਮਾਨਵ ਗੁਣਰੀਤ ਅਤੇ ਗੁਰਨਾਸ ਨੂੰ। ਸੋ ਆਪਣੇ ਦਾ ਬੜਾ ਵੱਡਾ ਯੋਗਦਾਨ ਹੁੰਦਾ ਆ। ਅਸੀਂ ਆਪਣੇ ਤੋਂ ਦੂਰ ਹੋ ਜਾਂਦੇ ਹਾਂ, ਪਰ ਆਪਣੇ ਦੇ ਨਾਲ ਜੁੜੇ ਕਿਵੇਂ ਰਹਿਣਾ ਆ ਉਹ ਵੀ ਵੀਰ ਨੇ ਸਾਬਤ ਕਰ ਦਿੱਤਾ, ਕਿਉਂਕਿ ਬੜਾ ਵੱਡਾ ਸਹਿਯੋਗ ਰਿਹਾ ਹੈ ਪਰਿਵਾਰ ਦਾ। ਉਹਦੀਆਂ ਰੋਜ਼ਾਨਾ ਸਰੀਰਕ ਕਿਰਿਆਵਾਂ ਨਿਭਾਉਣ ਦੇ ਵਿੱਚ ਪਰਿਵਾਰ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ। ਸੋ ਗੱਲ ਕਰਦੇ ਹਾਂ ਜੀ ਕਿਤਾਬ ਦਾ ਜਿਹੜੀ ਵਿਧਾ ਹੈਗੀ, ਕਿਤਾਬ ਦਾ ਜਿਹੜਾ ਵਿਸ਼ਾ ਵਸਤੂ ਹੈਗਾ ਆ ਉਹ ਕਹਾਣੀ ਸੰਗ੍ਰਹਿ ਹੈ। ਕਹਾਣੀ ਵੱਖ-ਵੱਖ ਵਿਸ਼ਿਆਂ ਉੱਤੇ ਲਿਖੀਆਂ ਹੋਈਆਂ ਕਹਾਣੀਆਂ ਨੇ। ਕਹਾਣੀਆਂ ਲਗਭਗ 18 ਕਹਾਣੀਆਂ ਇਸ ਕਿਤਾਬ ਦਾ ਹਿੱਸਾ ਹੈਗੀਆਂ ਨੇ। ਪਹਿਲੀ ਕਹਾਣੀ ਦਾ ਨਾਮ ਚਾਚੀ ਨਸੀਬੋ ਹੈ ਤੇ ਚਾਚੀ ਨਸੀਬੋ ਜਿਹੜੀ ਕਹਾਣੀ ਹੈ ਉਹ ਜ਼ਿਕਰ ਕਰਦੀ ਹੈ ਕਿ ਬਿਰਧ ਆਸ਼ਰਮ ਦੇ ਵਿੱਚ ਜਦੋਂ ਬੱਚੇ ਜਵਾਨ ਹੋ ਜਾਂਦੇ ਨੇ, ਆਪਣੇ ਮਾਪਿਆਂ ਨੂੰ ਛੱਡ ਆਉਂਦੇ ਨੇ, ਉਹਨਾਂ ਦੇ ਦਿਲ ਉੱਤੇ ਕੀ ਬੀਤਦੀ ਹੈ, ਕਿਵੇਂ ਜਿਹੜਾ ਖੂਨ ਸਫੈਦ ਹੋ ਜਾਂਦਾ ਆ, ਉਦੋਂ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਇਸ ਕਹਾਣੀ ਦੇ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਸਰੀ ਕਹਾਣੀ ਗਰੀਬੀ ਹੈ ਕਿ ਕਿਵੇਂ ਬੰਦਾ ਮਿਹਨਤ ਕਰਕੇ ਗਰੀਬੀ ਤੋਂ ਅੱਗੇ ਵੱਧ ਕੇ ਇੱਕ ਸੋਹਣੀ ਜ਼ਿੰਦਗੀ ਬਤੀਤ ਕਰ ਸਕਦਾ ਹੈ ਤੇ ਦੂਜਿਆਂ ਦਾ ਭਲਾ ਵੀ ਕਰ ਸਕਦਾ ਹੈ। ਕਮੀ ਕਹਾਣੀ ਹੈ ਜਿਹੜੀ ਕਿ ਮੌਜੂਦਾ ਸਮੇਂ ਦੇ ਵਿੱਚ ਕਰਮਕਾਂਡ ਜਾਂ ਪਖੰਡਵਾਦ ਜਾਂ ਹੋਰ ਰੀਤੀ ਰਿਵਾਜ ਜਿਹੜੇ ਕਿ ਅੰਧ ਵਿਸ਼ਵਾਸ ਪੈਦਾ ਕਰਦੇ ਨੇ। ਸੋ ਅੰਧ ਵਿਸ਼ਵਾਸਾਂ ਉੱਤੇ ਇੱਕ ਬਹੁਤ ਜ਼ਬਰਦਸਤ ਕਟਾਕਸ਼ ਕਰਦੀ ਹੈ ਕਹਾਣੀ ਕਮੀ। ਉਸ ਤੋਂ ਅੱਗੇ ਜ਼ਿਕਰ ਕਰਦੇ ਹਾਂ ਜੀ ਵਕੀਲ ਸਾਹਿਬਾ ਕਹਾਣੀ ਹੈ, ਸਹੇਲੀ ਦੀ ਗਲਤੀ ਕਹਾਣੀ ਹੈ, ਇਸ਼ਕੂ ਹੈ, ਖੁਦ ਨਾਲ ਗੱਲਾਂ ਹੈ, ਦਿੱਲੀ ਦੂਰ ਪਰ ਆਸਟ੍ਰੇਲੀਆ ਨੇੜੇ। ਇਹਦੇ ਨਾਲ ਹੀ ਡਾਂਸਰ ਕੁਲਹਿਣਪੁਣਾ, ਪਿੰਡਾਂ ਵਾਲਿਆਂ ਦੇ ਜੋ ਜੀਵਨ ਜਿਉਣ ਦੇ ਢੰਗ ਹੁੰਦੇ ਨੇ ਉਹਨੂੰ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਬਿਆਨ ਕਰਦੀ ਹੈ ਕਹਾਣੀ ਪਿੰਡਾਂ ਵਾਲਾ। ਸੋ ਉਹਦਾ ਉਹ ਚਿਹਰਾ, ਮੌਤ ਤੋਂ ਜ਼ਿੰਦਗੀ ਤੱਕ, ਤੇਜ਼ਾਬ, ਜ਼ਿੰਦਗੀ ਰੂਪੀ ਫਿਲਮ। ਇਹ ਸਾਰੀਆਂ ਕਹਾਣੀਆਂ ਲਗਭਗ 18 ਕਹਾਣੀਆਂ ਨੇ ਜੋ ਇਸ ਕਿਤਾਬ ਦੇ ਵਿੱਚ ਸ਼ਾਮਲ ਹੈਗੀਆਂ ਨੇ। ਹਰ ਕਹਾਣੀ ਇੱਕ ਵੱਖਰੇ ਵਿਸ਼ੇ ਨੂੰ ਛੂਹੰਦੀ ਹੈ। ਹਰ ਕਹਾਣੀ ਵਿੱਚ ਖੂਬਸੂਰਤੀ ਦੇ ਨਾਲ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ, ਦੋਸਤੀ, ਸੱਜਣਤਾਈ, ਮਿੱਤਰਤਾਈ ਦੀ ਗੱਲ ਕੀਤੀ ਗਈ ਹੈ। ਮਨੁੱਖੀ ਕਿਰਦਾਰ ਦੀ ਘਾਟ ਘੜਨ ਦੀ ਕੋਸ਼ਿਸ਼ ਜਿਹੜੀ ਹੈ ਇਹਨਾਂ ਕਿਰਦਾਰਾਂ ਦੇ ਰਾਹੀਂ ਰਾਜਾ ਹੰਸਪਾਲ ਦੇ ਵੱਲੋਂ ਕੀਤੀ ਗਈ ਹੈ। ਸੋ ਕਹਾਣੀਆਂ ਜ਼ਿਆਦਾ ਲੰਬੀਆਂ ਨਹੀਂ ਹੈ, ਕਹਾਣੀਆਂ ਛੋਟੀਆਂ ਨੇ। ਤੁਸੀਂ ਕੁਝ ਕੁ ਸਮਾਂ ਬੈਠ ਕੇ, ਜੇ ਮੈਂ ਸਮਝਦਾ ਵੀ ਜਦੋਂ ਮੈਂ ਇੱਕ ਕਿਤਾਬ ਨੂੰ ਰੀਡ ਕੀਤਾ ਸੀ ਤੇ ਪਹਿਲੀ ਬੈਠਕ ਦੇ ਵਿੱਚ ਹੀ ਮੈਂ ਕਿਤਾਬ ਜਿਹੜੀ ਹੈ ਉਹ ਪੜ੍ਹਦੇ ਸੀ, ਯਾਨੀ ਫਸਟ ਸਿਟਿੰਗ ਦੇ ਵਿੱਚ ਹੀ, ਤੇ ਤਕਰੀਬਨ 1.5 ਘੰਟੇ ਵਿੱਚ ਮੈਂ ਕਿਤਾਬ ਮੁਕੰਮਲ ਕਰ ਲਈ ਸੀ। ਸੋ ਕਹਾਣੀਆਂ ਪੜ੍ਹਨ ਦੇ ਸ਼ੌਕੀਨਾਂ ਦੇ ਵਾਸਤੇ ਇੱਕ ਬਹੁਤ ਹੀ ਖੂਬਸੂਰਤ ਤੋਹਫਾ ਹੋ ਸਕਦੀ ਹੈ ਇਹ ਕਿਤਾਬ, ਰਾਜਾ ਹੰਸਪਾਲ ਦੀ ਲਿਖੀ ਹੋਈ ਕਿਤਾਬ ਜਿਹਦਾ ਨਾਮ ਹੈ ਮਹਾਰਾਣੀ ਮਾਂ। ਸੋ ਦੋਸਤੋ, ਕਿਤਾਬ ਦੇ ਵਿਸ਼ਾ ਵਸਤੂ ਵਧੀਆ ਆ, ਪ੍ਰੈਜੈਂਟੇਸ਼ਨ ਬਹੁਤ ਵਧੀਆ ਆ, ਪੇਪਰ ਕੁਆਲਿਟੀ ਬਹੁਤ ਵਧੀਆ ਆ ਔਰ ਪੇਪਰ ਬੈਕ ਐਡੀਸ਼ਨ ਇਹਦਾ ਹੈਗਾ ਆ। ਹਾਰਡ ਬਾਉਂਡ ਯਾਨੀ ਕਿ ਸਜਿਲਦ ਐਡੀਸ਼ਨ ਇਸ ਕਿਤਾਬ ਦਾ ਨਹੀਂ ਛਪਿਆ, ਕੇਵਲ ਪੇਪਰ ਬੈਕ ਐਡੀਸ਼ਨ ਦੇ ਵਿੱਚ ਇਹ ਕਿਤਾਬ ਛਾਪੀ ਗਈ ਹੈ। ਸੋ ਉਮੀਦ ਕਰਦੇ ਹਾਂ ਦੋਸਤੋ ਅੱਜ ਇਸ ਕਿਤਾਬ ਮਹਾਰਾਣੀ ਮਾਂ ਦੇ ਬਾਰੇ ਜੋ ਜਾਣਕਾਰੀ, ਜੋ ਰਿਵਿਊ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਜਾਂਦੇ ਹੋਏ ਦੱਸ ਦੇਣਾ ਚਾਹੁੰਦਾ ਜੀ ਕਿਤਾਬ ਅੱਜ ਅਸੀਂ ਚੁਣੀ ਸੀ ਮਹਾਰਾਣੀ ਮਾਂ, ਜਿਹਨੂੰ ਲਿਖਿਆ ਸੀ ਰਾਜਾ ਹੰਸਪਾਲ ਉਰਫ ਗੁਰਪ੍ਰੀਤ ਸਿੰਘ ਨੇ ਤੇ ਕਿਤਾਬ ਨੂੰ ਛਾਪਿਆ ਹੈ ਮਾਝਾ ਵਰਲਡ ਵਾਈਡ ਵੱਲੋਂ। ਕਿਤਾਬ ਦੇ ਪੰਨੇ ਨੇ 104। ਕਿਤਾਬ ਦੀ ਕੀਮਤ ਹੈ 150 ਰੁਪਏ। ਕਿਤਾਬ ਦੇ ਵਿੱਚ ਕਹਾਣੀਆਂ ਨੇ ਜੋ ਕੁੱਲ ਗਿਣਤੀ 18 ਹੈ। ਕਿਤਾਬ ਦਾ ਐਡੀਸ਼ਨ ਪਹਿਲਾ ਆ ਜੋ ਕਿ ਸਾਲ 2021 ਦੇ ਵਿੱਚ ਛਪ ਕੇ ਆਇਆ ਸੀ। ਸੋ ਇਹ ਕਿਤਾਬ ਦੇ ਬਾਰੇ ਜ਼ਿਕਰ ਤੇ ਕਿਤਾਬ ਦੇ ਲੇਖਕ ਦੇ ਬਾਰੇ ਵੀ ਸੰਖੇਪ ਜ਼ਿਕਰ ਆਪ ਸਾਰੇ ਦਰਸ਼ਕਾਂ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਆ। ਸੋ ਉਮੀਦ ਕਰਦਾ ਹਾਂ ਕਿ ਇਸ ਕਿਤਾਬ ਦੇ ਬਾਰੇ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਏਗੀ। ਸੋ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਕਿਤਾਬ ਦੇ ਨਾਲ, ਇੱਕ ਹੋਰ ਸਾਹਿਤਕਾਰ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ, ਤੁਹਾਨੂੰ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।